ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਆਪਾਂ ਸਭ ਜਾਣਦੇ ਹਾਂ ਕਿ ਵਿਸਾਖੀ ਪੱਕੀ ਹੋਈ ਫਸਲ ਨੂੰ ਕੱਟਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਇਸ ਦਿਨ ਤੇ 13 ਅਪ੍ਰੈਲ ਨੂੰ ਇਸ ਦਿਨ ਆਪਣੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਇਹਦੇ ਨਾਲ ਉਸ ਦਿਨ ਤੋਂ ਇਹ ਦਿਨ ਮਨਾਉਣਾ ਸ਼ੁਰੂ ਹੋ ਗਿਆ ਤੇ ਅੱਜ ਦੇ ਦਿਨ ਪੰਜਾਬੀਆਂ ਦਾ ਨਵੇਂ ਸਾਲ ਦੀ ਸ਼ੁਰੂਆਤ ਵੀ ਹੁੰਦੀ ਹੈ। ਤੇ ਸ਼ੁਰੂਆਤ ਦੇ ਨਾਲ ਆਪਾਂ ਨੂੰ ਗੁਰੂ ਘਰ ਐਸੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਜਿਸ ਨਾਲ ਸਾਰਾ ਸਾਲ ਵੀ ਵਧੀਆ ਲੰਘੇ ਤੇ ਘਰ ਰਿਜ਼ਕ ਦੀ ਵੀ ਕਦੀ ਤੋਟ ਨਾ ਆਵੇ। ਧਨ ਤੇ ਅੰਨ ਦੇ ਭੰਡਾਰ ਹਮੇਸ਼ਾ ਭਰੇ ਰਹਿਣ। ਮਨੁੱਖ ਨੂੰ ਆਪਣੀ ਸ਼ਰਧਾ ਭਾਵਨਾ ਅਨੁਸਾਰ ਦਾਨ ਪੁੰਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਜ਼ਰੂਰਤਮੰਦ ਮਨੁੱਖ ਨੂੰ ਦਿੱਤਾ ਦਾਨ ਮਨੁੱਖ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦਿੰਦਾ ਹੈ। ਕਈ ਆਉਣ ਵਾਲੀਆਂ ਮੁਸ਼ਕਲਾਂ ਵੀ ਇਸ ਨਾਲ ਟਲ ਜਾਂਦੀਆਂ ਨੇ। ਅੱਜ ਗੱਲ ਕਰਾਂਗੇ ਵੀ ਆਪਾਂ ਨੂੰ ਗੁਰੂ ਘਰ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਹਨ। ਕਿਹਾ ਜਾਂਦਾ ਹੈ ਜਦੋਂ ਮਨੁੱਖ ਗੁਰੂ ਘਰ ਜਾਣ ਲੱਗ ਜੇ ਤੇ ਉਹਦੀਆਂ ਤਮਾਮ ਜਿਹੜੇ ਦੁੱਖ ਪਰੇਸ਼ਾਨੀਆਂ ਨੇ ਉਹ ਦੂਰ ਹੋਣ ਲੱਗ ਜਾਂਦੀਆਂ ਨੇ ਤੇ ਜਦੋਂ ਮਨੁੱਖ ਨਾਲ ਇਹ ਚੀਜ਼ਾਂ ਲੈ ਕੇ ਗੁਰੂ ਘਰ ਜਾਂਦਾ ਹੈ ਤੇ ਉਹਦੇ ਕਰਮ ਸੁਧਰਦੇ ਨੇ ਤੇ ਜਦੋਂ ਕਰਮ ਸੁਧਰਦੇ ਨੇ ਤੇ ਭਾਗ ਆਪਣੇ ਆਪ ਉਹਦੇ ਸੌਰਨੇ ਸ਼ੁਰੂ ਹੋਣ ਲੱਗ ਜਾਂਦੇ ਨੇ। ਫਿਰ ਦੇਰ ਨਹੀਂ ਲੱਗਦੀ। ਜਦੋਂ ਆਪਾਂ ਗੁਰੂ ਘਰ ਕੋਈ ਰਸਦ ਲੈ ਕੇ ਜਾਂਦੇ ਹਾਂ ਤੇ ਬੜੀ ਜ਼ਰੂਰੀ ਵੀ ਹੈ। ਇਹ ਕੋਈ ਰਿਵਾਜ ਨਹੀਂ ਬਲਕਿ ਇਹਦੇ ਨਾਲ ਕਈ ਪਿੱਛੇ ਧਾਰਮਿਕ ਉਦੇਸ਼ ਵੀ ਛਿਪੇ ਹੁੰਦੇ ਨੇ। ਇਹਦੇ ਨਾਲ ਆਪਣੇ ਭਾਗ ਮਜ਼ਬੂਤ ਹੁੰਦੇ ਨੇ, ਮਨ ਸ਼ਾਂਤ ਹੁੰਦਾ ਹੈ। ਆਪਣੇ ਘਰ ਦਾ ਕੁਝ ਹਿੱਸਾ ਜਦੋਂ ਆਪਾਂ ਗੁਰੂ ਘਰ ਲੈ ਕੇ ਜਾਂਦੇ ਹਾਂ ਤੇ ਉਹ ਲੰਗਰ ਵਿੱਚ ਪੈਂਦਾ ਤੇ ਇਹਦੇ ਨਾਲ ਆਪਣੇ ਘਰ ਦੀ ਜੋ ਹਾਲਤ ਹੈ ਉਹ ਵੀ ਸੁਧਰਨੀ ਆਰੰਭ ਹੋ ਜਾਂਦੀ ਹੈ। ਘਰ ਜਦੋਂ ਆਪਾਂ ਇਹ ਚੀਜ਼ਾਂ ਲੈ ਕੇ ਜਾਂਦੇ ਹਾਂ ਇਹਦੇ ਨਾਲ ਮਨ ਅਤੇ ਕਰਮ ਦੋਵੇਂ ਉੱਤਮ ਹੋ ਜਾਂਦੇ ਨੇ। ਇਹਦਾ ਸਿੱਧਾ ਅਸਰ ਮਨੁੱਖ ਦੇ ਭਾਗ ਤੇ ਪੈਂਦਾ ਤੇ ਨਾਲ ਮਨੁੱਖ ਦੇ ਫਿਰ ਭਾਗ ਜਾਗ ਜਾਂਦੇ ਨੇ। ਜਦੋਂ ਕਿਸਮਤ ਤੇ ਵਾਹਿਗੁਰੂ ਦਾ ਸਾਥ ਮਿਲ ਜੇ ਫਿਰ ਮਨੁੱਖ ਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਅੰਨ, ਵਸਤਰ, ਗਿਆਨ ਤੇ ਧਨ, ਇਹ ਸਾਰੀਆਂ ਚਾਰੇ ਚੀਜ਼ਾਂ ਜੋ ਵੀ ਕਿਸੇ ਨੂੰ ਵੰਡਦਾ ਉਹਦੇ ਭਾਗ ਜਾਗ ਜਾਂਦੇ ਨੇ। ਕਿਸੇ ਵੀ ਇਹਨਾਂ ਵਿੱਚੋਂ ਇੱਕ ਚੀਜ਼ ਦਾ ਦਾਨ ਵੀ ਚਾਹੇ ਕੋਈ ਕਰਦਾ ਹੈ ਉਹਦੇ ਲੋਕ ਪਰਲੋਕ ਦੋਵੇਂ ਸੁਧਰ ਜਾਂਦੇ ਨੇ। ਜੇ ਕੋਈ ਮਨੁੱਖ ਕੋਈ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਤੇ ਉਹ ਦਾਨ ਤੇ ਮਾਫੀ ਇਹ ਦੋ ਚੀਜ਼ਾਂ ਉਹਦੇ ਵਿੱਚ ਆ ਜਾਣ ਤੇ ਸਮਝ ਲਓ ਉਹਦਾ ਕੰਮ ਵੀ ਨੇਪਰੇ ਚੜੇਗਾ ਤੇ ਉਹ ਮਨੁੱਖ ਹਮੇਸ਼ਾ ਸੁਖੀ ਵੀ ਰਹੇਗਾ। ਤੇ ਖੰਡ ਗੁਰੂ ਘਰ ਜ਼ਰੂਰ ਦੇ ਕੇ ਆਓ। ਜਦੋਂ ਗੁਰੂ ਦੇ ਲੰਗਰ ਵਿੱਚ ਖੀਰ ਬਣੇਗੀ ਜਿਵੇਂ ਖੰਡ ਘੁਲ ਕੇ ਮਿਠਾਸ ਕਰੇਗੀ ਤੇ ਉਵੇਂ ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ। ਚੌਲ ਉਬਲ ਕੇ ਵਿੱਚ ਰਿੱਝ ਕੇ ਜਦੋਂ ਘੁਲ ਜਾਣਗੇ ਲੋਕਾਂ ਦਾ ਢਿੱਡ ਭਰਨਗੇ ਤੇ ਅੰਨ ਦੀ ਕਦੀ ਕਮੀ ਨਹੀਂ ਆਵੇਗੀ। ਅੰਨ ਦੇ ਭੰਡਾਰ ਹਮੇਸ਼ਾ ਭਰੇ ਰਹਿਣਗੇ। ਘਰ ਸੁੱਖ ਸ਼ਾਂਤੀ ਸਮਰਿੱਧੀ ਰਿੱਧੀਆਂ ਸਿੱਧੀਆਂ ਵਾਸ ਕਰਨਗੀਆਂ। ਇੱਕ ਨਗਰ ਵਿੱਚ ਇੱਕ ਮਨੁੱਖ ਰਹਿੰਦਾ ਸੀ। ਉਹ ਖੇਤੀਬਾੜੀ ਦਾ ਕੰਮ ਕਰਿਆ ਕਰਦਾ ਸੀ। ਉਹਦੀ ਫਸਲ ਪੱਕੀ ਤਾਂ ਉਹ ਸਾਰੀ ਫਸਲ ਨੂੰ ਗੱਡੀਆਂ ਤੇ ਲੱਦ ਕੇ ਤੇ ਸ਼ਹਿਰ ਵੇਚਣ ਵੱਲ ਚਲਾ ਗਿਆ। ਕਾਫੀ ਲੰਬਾ ਪੈਂਡਾ ਤੈਅ ਕਰਨ ਤੋਂ ਬਾਅਦ ਉਹ ਇੱਕ ਥਾਂ ਤੇ ਪਹੁੰਚਦਾ ਕਿ ਮੈਂ ਇਹ ਆਟਾ ਵੇਚਣਾ ਚਾਹੁੰਦਾ ਤੇ ਇਹ ਕਣਕ ਵੇਚਣਾ ਚਾਹੁੰਦਾ। ਤੁਸੀਂ ਦੱਸ ਸਕਦੇ ਹੋ ਇਹ ਕਿੱਥੇ ਵਿਕੇਗਾ? ਤੇ ਮੈਂ ਸਾਰਾ ਇਕੱਠਾ ਵੇਚਣਾ ਚਾਹੁੰਦਾ। ਮੈਂ ਦੂਰ ਦਰਾਡੇ ਤੋਂ ਆਇਆ ਵਾਂ ਤੇ ਸਾਰਾ ਕੁਝ ਇਕੱਠਾ ਵੇਚ ਕੇ ਵਾਪਸ ਜਾਣਾ ਚਾਹੁੰਦਾ। ਜੋ ਇਹ ਸਾਰਾ ਕੁਝ ਲੈ ਲਵੇ ਮੈਨੂੰ ਸਭ ਜੋ ਵੀ ਖਰੀਦ ਸਕਦਾ ਹੈ ਉਹਦਾ ਥਾਂ ਪਤਾ ਤੁਸੀਂ ਦੱਸ ਸਕਦੇ ਹੋ? ਉਸ ਸਮੇਂ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸੀ। ਉਸ ਮਨੁੱਖ ਨੇ ਕਿਹਾ, ਜਿਸ ਤੋਂ ਪੁੱਛਦੇ ਨੇ ਕਿਹਾ ਕਿਤੇ ਗੁਰੂ ਜੀ ਸੇਵਾ ਕਰਵਾ ਰਹੇ ਨੇ, ਉੱਥੇ ਬਹੁਤ ਜਣੇ ਰਹਿੰਦੇ ਨੇ, ਬਹੁਤ ਸਿੱਖ ਆਉਂਦੇ ਨੇ, ਬਹੁਤ ਸ਼ਰਧਾਲੂ ਆਉਂਦੇ ਨੇ, ਬਹੁਤ ਲੋਕ ਆਉਂਦੇ ਨੇ, ਉੱਥੇ ਬਹੁਤ ਜ਼ਿਆਦਾ ਜਥੇ ਇਕੱਠੇ ਹੋਏ ਨੇ, ਤੁਸੀਂ ਉੱਥੇ ਚਲੇ ਜਾਓ। ਉੱਥੇ ਦਿਨ ਰਾਤ ਸੇਵਾ ਚੱਲਦੀ ਪਈ ਹੈ ਤੇ ਉੱਥੇ ਸਾਰਾ ਕੁਝ ਤੁਹਾਡਾ ਖਰੀਦਿਆ ਜਾ ਸਕਦਾ ਹੈ। ਉੱਥੇ ਇੱਕਦਮ ਹੀ ਖਰੀਦਿਆ ਜਾਏਗਾ ਤੇ ਤੁਸੀਂ ਸਾਰਾ ਕੁਝ ਇਕੱਠਾ ਕਰਕੇ ਆਪਣੇ ਘਰ ਨੂੰ ਜਲਦੀ ਰਵਾਨਾ ਹੋ ਸਕਦੇ ਹੋ ਕਿਉਂਕਿ ਉੱਥੇ ਇੰਨਾ ਇਕੱਠ ਹੈ ਤੇ ਉੱਥੇ ਇਹ ਸਾਰੇ ਜੋ ਤੁਹਾਡੀ ਸਮਾਨ ਹੈ ਉੱਥੇ ਵਿਕ ਜਾਏਗਾ। ਇਹ ਗੱਲ ਸੁਣ ਕੇ ਉਹ ਬੜਾ ਖੁਸ਼ ਹੋਇਆ ਵੀ ਸਾਰਾ ਕੁਝ ਇੱਕ ਵਾਰ ਵਿੱਚ ਵਿਕ ਜਾਵੇਗਾ ਤੇ ਮੈਂ ਜੋ ਆਪਣਾ ਟਾਈਮ ਸਿਰ ਘਰ ਵੀ ਚਲਾ ਜਾਵਾਂਗਾ। ਇਹ ਸੁਣ ਕੇ ਉਹ ਉਧਰ ਨੂੰ ਚਲਾ ਗਿਆ ਜੋ ਵੀ ਉਹਨੂੰ ਥਾਂ ਪਤਾ ਦੱਸਿਆ ਸੀ। ਜਦੋਂ ਪਹੁੰਚਾ ਤੇ ਸਾਰੇ ਥੱਲੇ ਉਤਾਰ ਦਿੱਤੇ ਗੱਡਿਆਂ ਤੋਂ ਤੇ ਇੱਕ ਪਾਸੇ ਰੱਖ ਦਿੱਤੇ। ਬੜਾ ਖੁਸ਼ ਹੋਇਆ। ਇੰਨੀ ਭੀੜ, ਉਹ ਭੀੜ ਨੂੰ ਵੇਖ ਕੇ ਅੰਦਰ ਹੀ ਅੰਦਰ ਕਿਤੇ ਨਾ ਕਿਤੇ ਪ੍ਰਸੰਨ ਹੋਈ ਜਾ ਰਿਹਾ ਸੀ। ਉੱਥੇ ਬੜਾ ਜ਼ੋਰਾਂ ਸ਼ੋਰਾਂ ਨਾਲ ਸੇਵਾ ਹੋ ਰਹੀ ਸੀ। ਹਰ ਪਾਸੇ ਕੋਈ ਨਾ ਕੋਈ ਸੇਵਾ ਕਰਦਾ ਹੀ ਪਿਆ ਸੀ। ਐਸਾ ਕੋਈ ਵੀ ਨਹੀਂ ਸੀ ਜੋ ਖਾਲੀ ਹੱਥ ਹੋਵੇ। ਸਭ ਦੇ ਹੱਥ ਵਿੱਚ ਕੋਈ ਨਾ ਕੋਈ ਕੰਮ ਸੀ। ਸਾਰੇ ਉੱਥੇ ਹੱਥੀਂ ਕਿਰਤ ਕਰਦੇ ਪਏ ਸੀ ਤੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਸੀ। ਇਹੋ ਜਿਹਾ ਵਾਤਾਵਰਨ ਦੇਖ ਕੇ ਉਹ ਬੜਾ ਪ੍ਰਸੰਨ ਹੋਇਆ।
ਉਹਨੂੰ ਕੋਈ ਮਿੱਟੀ ਪੁੱਟ ਰਿਹਾ ਸੀ, ਕੋਈ ਇੱਟਾਂ ਵੱਟੇ ਰੋੜੇ ਇਕੱਠੇ ਕਰ ਰਿਹਾ ਸੀ, ਕੋਈ ਲੰਗਰ ਦੀ ਸੇਵਾ ਨਿਭਾ ਰਿਹਾ ਸੀ, ਕੋਈ ਲੱਕੜਾਂ ਇਕੱਠੀਆਂ ਕਰਕੇ ਬੰਡਲ ਬਣਾ ਕੇ ਸਿਰ ਤੇ ਰੱਖ ਰਿਹਾ ਸੀ, ਕੋਈ ਲੰਗਰ ਲਈ ਵੱਖ-ਵੱਖ ਵਸਤੂਆਂ ਇਕੱਠੀਆਂ ਕਰ ਰਿਹਾ ਸੀ, ਬਾਲਣ ਇਕੱਤਰ ਕਰ ਰਹੇ ਸੀ ਤੇ ਮਿੱਟੀ ਨੂੰ ਗੁੰਨ ਕੇ ਉਹਦਾ ਬਣਾ ਕੇ ਨਾ ਲੋਈਆਂ ਜੀਆਂ ਤੇ ਕੋਈ ਪਾਣੀ ਲੈ ਕੇ ਜਾ ਰਿਹਾ ਸੀ। ਕੋਈ ਟੋਕਰੀਆਂ ਵਿੱਚ ਪਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਕੋਈ ਸਮਾਨ ਰੱਖ ਰਹੇ ਸਨ। ਗੁਰੂ महाराज ਦੇ ਉਹਨੇ ਦਰਸ਼ਨ ਕਰੇ ਜਾ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਸਨ, ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਹਰ ਪਾਸੇ ਵਾਹਿਗੁਰੂ ਦਾ ਨਾਮ ਸੀ। ਉੱਥੇ ਕੋਈ ਤਾਂ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਸੀ ਤੇ ਕੁਝ ਲੋਕ ਸੇਵਾ ਕਰ ਆਪਣਾ ਮਿਹਨਤਾਨਾ ਵੀ ਲੈ ਰਹੇ ਸੀ ਜੋ ਉਹਨਾਂ ਦਾ ਬਣ ਰਿਹਾ ਸੀ। ਉਹ ਸਾਰਾ ਦਿਨ ਕੰਮ ਕਰਦੇ, ਸੰਧਿਆ ਸਮੇਂ ਉੱਥੇ ਗੁਰੂ ਜੀ ਕੋਲ ਆ ਕੇ ਜੋ ਵੀ ਮਾਇਆ ਭੇਟਾ ਉਹਨਾਂ ਦੀ ਬਣਦੀ ਉਹ ਮਾਇਆ ਲੈ ਕੇ ਤੇ ਘਰਾਂ ਨੂੰ ਚੱਲਦੇ। ਇਸ ਤਰ੍ਹਾਂ ਉੱਥੇ ਕਿਰਤ ਹੋ ਰਹੀ ਸੀ, ਸੇਵਾ ਹੋ ਰਹੀ ਸੀ। ਇਹ ਸਭ ਵੇਖ ਕੇ ਉਹ ਮਨੁੱਖ ਉੱਥੇ ਬੜਾ ਪ੍ਰਭਾਵਿਤ ਹੋਇਆ। ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣਾ ਜਿੱਥੇ ਉਹਦੇ ਥੈਲੇ ਰੱਖੇ ਹੋਏ ਸੀ, ਜਿੱਥੇ ਉਹਦਾ ਕਣਕ ਪਈ ਸੀ, ਆਟਾ ਪਿਆ ਸੀ, ਉੱਥੇ ਆ ਗਿਆ। ਉਸ ਦਿਨ ਜੋ ਵੀ ਦਾਲ ਰੋਟੀ ਆਈ ਸਭ ਨੂੰ ਛਕਾ ਦਿੱਤਾ ਗਿਆ। ਪਰ ਸੇਵਾ ਕਰਨ ਲਈ ਉਸ ਤੋਂ ਅਗਲੇ ਦਿਨ ਬੜੀ ਜ਼ਿਆਦਾ ਸੰਗਤ ਆਉਣ ਲੱਗ ਗਈ। ਪਰ ਜੋ ਉੱਥੇ ਲੰਗਰ ਪੱਕਦਾ ਸੀ ਉਹ ਦੂਰੋਂ ਨੇੜਿਓਂ ਜੋ ਵੀ ਕੋਈ ਆਉਂਦਾ ਤੇ ਉੱਥੇ ਦਾਲ ਆਟਾ ਕੁਝ ਵੀ ਜੋ ਕਣਕ ਕੁਝ ਵੀ ਚੜਾਉਂਦੇ ਸੀ ਤੇ ਉਹਦੇ ਰਾਹੀਂ ਉਹ ਰਸਦ ਦੇ ਰਾਹੀਂ ਲੰਗਰ ਬਣਦਾ ਸੀ। ਜਾਂ ਜੋ ਮਸੰਦ ਸੀ ਵੱਖ-ਵੱਖ ਥਾਵਾਂ ਤੋਂ ਇਕੱਠਾ ਕਰਕੇ ਲੈ ਕੇ ਆਉਂਦੇ ਸੀ ਤੇ ਉਹਦੇ ਨਾਲ ਲੰਗਰ ਦੀ ਸੇਵਾ ਹੋ ਰਹੀ ਸੀ। ਅੱਜ ਜੋ ਲੰਗਰ ਦੀ ਸੇਵਾ ਆਈ ਉਹ ਬਹੁਤ ਥੋੜੀ ਸੀ ਤੇ ਜਿੰਨਾ ਵੀ ਲੰਗਰ ਆਇਆ ਸੀ ਉਹ ਸਭ ਨੂੰ ਮਿਲ ਗਿਆ। ਬਾਕੀ ਜੋ ਰਹਿ ਗਏ ਸੀ ਉਹਨਾਂ ਨੂੰ ਪੂਰਾ ਨਹੀਂ ਸੀ ਆ ਰਿਹਾ। ਹੁਣ ਸੰਧਿਆ ਦਾ ਸਮਾਂ ਹੋ ਗਿਆ, ਕਿਤੋਂ ਵੀ ਰਾਸ਼ਨ ਨਾ ਆਇਆ। ਸਵੇਰ ਹੋਈ ਤਾਂ ਉਸ ਮਨੁੱਖ ਅੰਦਰ ਉਹ ਸੋਚਦਾ ਹੈ ਵੀ ਹਜ਼ਾਰਾਂ ਲੋਕਾਂ ਇੱਥੇ ਸੇਵਾ ਕਰਦੇ ਪਏ ਨੇ, ਕੋਈ ਕੁਝ ਲੈ ਕੇ ਆਉਂਦਾ ਹੈ, ਕੋਈ ਕੁਝ ਲੈ ਕੇ ਆਉਂਦਾ ਹੈ, ਸਭ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ। ਕੋਈ ਧਨ ਦੇ ਰਿਹਾ ਹੈ ਤੇ ਕੋਈ ਕੁਝ ਦੇ ਰਿਹਾ ਹੈ, ਕੋਈ ਰਾਸ਼ਨ ਦੇ ਰਿਹਾ ਤੇ ਸਾਰੀਆਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਵਾਣੇ ਨੇ। ਸਾਰੇ ਇੱਥੇ ਖੁਸ਼ ਹੀ ਜਾਂਦੇ ਨੇ। ਮੈਂ ਤਾਂ ਕੋਈ ਇੱਥੇ ਕਿਸੇ ਦਾ ਉਦਾਸ ਚਿਹਰਾ ਨਹੀਂ ਦੇਖਿਆ। क्यों ना मैं भी इत्थे कुछ सेवा करा। जदों ओदी ये सेवा सफल होवेगी ते मैनू भी सुखां दी प्राप्ति होवेगी। ਉਹ ਜਿੱਥੇ ਲੰਗਰ ਬਣਦਾ ਉੱਥੇ ਜਾਂਦਾ, ਉੱਥੇ ਜਾ ਕੇ ਪਹਿਲਾਂ ਨਮਸਕਾਰ ਕਰਦਾ, ਪੁੱਛਦਾ ਹੈ ਵੀ ਇੱਥੇ ਜੋ ਲੰਗਰ ਪੱਕਦਾ ਉਹ ਰਸਦ ਕਿੱਥੋਂ ਆਉਂਦੀ ਹੈ। ਉਹ ਸਭ ਦੱਸਦੇ ਨੇ ਕਿ ਨੇੜਲੇ ਪਿੰਡੋਂ ਦੂਰੋਂ ਪਿੰਡੋਂ ਇੱਥੇ ਵਾਸੀ ਜੋ ਆਉਂਦੇ ਨੇ, ਸਿੱਖ ਸ਼ਰਧਾਲੂ ਲੈ ਕੇ ਆਉਂਦੇ ਨੇ। ਇਹ ਸੁਣ ਕੇ ਮਨੁੱਖ ਕਹਿੰਦਾ ਵੀ ਮੈਂ ਤੇ ਨਫੇ ਵਾਸਤੇ ਇੰਨੀ ਦੂਰੋਂ ਆਪਣਾ ਰਾਸ਼ਨ ਲੈ ਕੇ ਆਇਆ ਸੀ, ਆਪਣਾ ਆਟਾ ਲੈ ਕੇ ਆਇਆ ਸੀ, ਆਪਣੀ ਕਣਕ ਲੈ ਕੇ ਆਇਆ ਸੀ, ਆਪਣੀ ਫਸਲ ਲੈ ਕੇ ਆਇਆ ਸੀ, ਤੇ ਇਸ ਤੋਂ ਬਾਅਦ ਦੱਸੋ ਹੋਰ ਕੀ ਨਫਾ ਹੋ ਸਕਦਾ ਕਿ ਇਹ ਲੰਗਰ ਹਜ਼ਾਰਾਂ ਲੋਕਾਂ ਦੇ ਮੂੰਹ ਵਿੱਚ ਪਵੇਗਾ। ਕਹਿੰਦਾ ਕਿ ਤੁਸੀਂ ਇਹ ਜੋ ਮੇਰੇ ਕੋਲ ਰਸਦ ਹੈ ਨਾ ਇਹ ਲੈ ਲਓ ਤੇ ਲੰਗਰ ਚਲਾਓ। ਤਾਂ ਲਾਂਗਰੀ ਨੇ ਕਿਹਾ ਵੀ ਪਹਿਲਾਂ ਮੈਂ ਗੁਰੂ ਜੀ ਤੋਂ ਪੁੱਛ ਲਵਾਂ ਫਿਰ ਲੰਗਰ ਪਕਾਵਾਂਗੇ, ਵੀ ਮੈਂ ਉਹਨਾਂ ਦੀ ਆਗਿਆ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਉਹ ਗੁਰੂ ਜੀ ਕੋਲ ਜਾਂਦਾ, ਦੱਸਦਾ ਹੈ ਵੀ ਇੱਕ ਮਨੁੱਖ ਆਇਆ, ਉਹ ਕਣਕ ਆਟਾ ਵੇਚਣਾ ਸੀ, ਪਰ ਉਹ ਕਹਿੰਦਾ ਵੀ ਮੇਰੀ ਰਸਦ ਜੋ ਹੈ ਨਾ ਉਹ ਤੁਸੀਂ ਲੈ ਲਵੋ ਤੇ ਲੰਗਰ ਬਣਾਓ। ਗੁਰੂ ਜੀ ਕਹਿੰਦੇ ਵੀ ਉਸ ਕੋਲ ਜਿੰਨਾ ਵੀ ਤੁਹਾਨੂੰ ਰਾਸ਼ਨ ਚਾਹੀਦਾ ਉਹ ਲੈ ਲਵੋ। ਅਗਲੇ ਮਹੀਨੇ ਵਿਸਾਖੀ ਦਾ ਜੋ ਤਿਉਹਾਰ ਆ ਰਿਹਾ, ਅਗਲੇ ਮਹੀਨੇ ਵਿਸਾਖੀ ਆ ਰਹੀ ਹੈ, ਉਸ ਸਮੇਂ ਆ ਕੇ ਉਹਨੂੰ ਕਹੋ ਵੀ ਜਿੰਨੀ ਵੀ ਉਹਦੀ ਧਨ ਰਾਸ਼ੀ ਬਣਦੀ ਹੈ ਨਾ ਉਹ ਮੇਰੇ ਤੋਂ ਆ ਕੇ ਲੈ ਜਾਵੇ। ਇਹ ਸੁਣ ਕੇ ਲਾਂਗਰੀ ਨੇ ਜਿੰਨਾ ਵੀ ਉਹਨੂੰ ਚਾਹੀਦਾ ਸੀ, ਰਸਦ ਚਾਹੀਦੀ ਸੀ, ਉਸ ਤੋਂ ਮਾਪੀ ਤੇ ਉਹ ਲੰਗਰ ਹਾਲ ਵਿੱਚ ਲੈ ਕੇ ਆ ਗਿਆ। ਉੱਥੇ ਲੰਗਰ ਤਿਆਰ ਕੀਤਾ ਗਿਆ। ਫਿਰ ਦੂਜੇ ਦਿਨ ਵੀ ਉਹੀ ਹੋਇਆ, ਤੀਜੇ ਦਿਨ ਵੀ ਉਹੀ ਹੋਇਆ, ਜੋ ਐਵੇਂ ਲਗਾਤਾਰ ਦਿਨ ਬ ਦਿਨ ਚੱਲਦਾ ਰਿਹਾ। ਜੋ ਉਹਦੇ ਕੋਲ ਰਸਦ ਸੀ ਉਹ ਸਾਰੀ ਰਸਦ ਲੈ ਲਈ ਗਈ। ਜਿੰਨਾ ਵੀ ਉਸ ਕੋਲ ਰਾਸ਼ਨ ਸੀ ਉਹਨੇ ਪੂਰੀ ਭਾਵਨਾ ਨਾਲ ਉਹਨੇ ਦਿਨ ਉੱਥੇ ਸੇਵਾ ਕੀਤੀ ਗਈ। ਸੇਵਾ ਕਰਦੇ ਕਰਦੇ ਉਹਦੇ ਮਨ ਵਿੱਚ ਇੰਨੀ ਜ਼ਿਆਦਾ ਸ਼ਰਧਾ ਭਾਵਨਾ ਜਾਗ ਗਈ, ਉਹ ਨਾਲ ਨਾਲ ਸਰੋਵਰ ਦੀ ਵੀ ਸੇਵਾ ਕਰਦਾ। ਕਈ ਦਿਨ ਉੱਥੇ ਉਹਨੇ ਲੰਘਾ ਦਿੱਤੇ ਗਏ। ਦਿਨ ਬੀਤਦੇ ਬੀਤਦੇ ਵਿਸਾਖੀ ਦਾ ਦਿਨ ਆ ਗਿਆ ਤੇ ਦੂਰੋਂ ਨੇੜੇ ਸਭ ਸੰਗਤਾਂ ਆਈਆਂ। ਸਭ ਨੇ ਵੱਖ-ਵੱਖ ਚੀਜ਼ਾਂ ਭੇਟਾਂ ਕੀਤੀਆਂ, ਸੇਵਾ ਕਰਦੇ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਵਾਉਂਦੇ। ਵਾਹਿਗੁਰੂ ਸਭ ਨੂੰ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨ ਦਾ ਉਪਦੇਸ਼ ਦਿੰਦੇ ਸਨ। ਸਭ ਹੁਣ ਆਪਣੇ ਘਰ ਗਏ ਸਨ। ਜਦੋਂ ਉੱਥੇ ਸਾਰਾ ਕੁਝ ਖਤਮ ਹੋ ਗਿਆ, ਭਾਵ ਉਹ ਜਿਸ ਸੇਵਾ ਲਈ ਆਏ ਸੀ ਉਹ ਸੇਵਾ ਨੇਪਰੇ ਚੜ ਗਈ ਸੀ। ਕੁਝ ਦਿਨ ਬੀਤਣ ਤੋਂ ਬਾਅਦ ਗੁਰੂ ਜੀ ਨੇ ਉਸ ਮਨੁੱਖ ਨੂੰ ਬੁਲਾਇਆ, ਕਿਹਾ ਵੀ ਜਿਸ ਨੇ ਲੰਗਰ ਦੀ ਸੇਵਾ ਨਿਭਾਈ ਸੀ ਨਾ ਉਸ ਨੂੰ ਬੁਲਾ ਕੇ ਲੈ ਕੇ ਆਓ। ਉਸ ਨੂੰ ਲੱਭ ਕੇ ਅਤੇ ਬੁਲਾ ਕੇ ਲੈ ਕੇ ਆਇਆ ਗਿਆ।
उसकी जो राशि बनती है उसनों दे देवो। उसनों जाके उतों बुला के लेके आई लंगर हाल च। उन्हें आके नमस्कार किया, गुरु जी अगे बैठ गया। गुरु जी ने उन्होंने राशि लिखिया। वो मनुख हाथ जोड़ के खड़ा हो गया, वाहिगुरु जी मैनू नहीं चाहिए, मेरा सिर्फ जीवन सफला करो, मैनू कुछ नहीं चाहिए, मैं इत्थे नाम जपना चाहना, संगत करना चाहना, क्योंकि इस दर तो चंगा होर कोई दर नहीं है। गुरु अर्जन देव जी ने कहा, भले पुरखा ये राशि अपने परिवार तक पहुँचती करो ते आके फिर सेवा विच लग जाओ। वाहिगुरु मूँह मंगिया मुरादा पूरियां करते ने ते तुहाडी भी करनगे। मनुख जो सी उसने कहा, नहीं मैं सेवा ही करनी है, मैं मनो कीती है, मैं हुण तुहानू अपना गुरु मन्निया, तुहाडे तो मैं बहुत कुछ सीखिया, किरपा करके तुसी मेरी भेंट भी स्वीकार करो। इन्ना प्यार देख के गुरु जी ने उसनू कहा, ओ भले पुरखा तू अमृत वेला संभालिया कर, जपजी साहब दा पाठ कर ते हर समय वाहिगुरू वाहिगुरू करया कर। तेरे अगे जिन्ना पदार्थां दी तू कामना करदा पिया सी ना पहलां, ते ओह पदार्थ ते रिद्धियां सिद्धियां तेरे अगे पिछे घूमण गया। उस वाहिगुरू दा उसते सच्चा रंग चढ़ गया। ਉਹ जो मूँह उचारदा सी सब पूरा हुंदा सी। वाहिगुरू घर बड़ी ताकत है। फिर आओ आपां भी अमृत वेला संभालीए ते गुरु दे लड़ लगिए, क्योंकि गुरु दे दर ते सब कुछ मिलता है। फिर आपां भी गुरु तो मंगीए। आओ गुरुद्वारे जाइए, गुरबाणी पढ़िए, कथा कीर्तन सरवण करिए ते वाहिगुरू दे लड़ लगिए।